ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀਵਨ ਸਾਖੀਆਂ ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਖ। ਪੁਸਤਕ ਪੂਰਨ ਸੋਈ ਸੰਤ ਲੜੀਵਾਰ। ਗ੍ਰੰਥੀ ਸਾਹਿਬ ਭਾਈ ਬਸਾਵਾ ਸਿੰਘ ਜੀ। ਜੀਵਨ ਮੁਕਤ ਸੇਵਾ ਸਿਮਰਨ ਵਿੱਚ ਰੰਗੀ ਹੋਈ ਰੂਹ ਭਾਈ ਬਸਾਵਾ ਸਿੰਘ ਜੀ ਸਨ। ਭਾਈ ਸਾਹਿਬ ਗੁਰਦੁਆਰਾ ਸਾਹਿਬ ਕਮਰਾਵਾਂ ਵਿਖੇ ਗ੍ਰੰਥੀ ਸਿੰਘ ਸਨ। ਪਿੰਡ ਦੇ ਲੋਕ ਉਹਨਾਂ ਨੂੰ ਭਾਈ ਡੱਬਾ ਵੀ ਕਹਿੰਦੇ ਸਨ। ਨਾਮ ਸਿਮਰਨ ਵਿੱਚ ਭਿੱਜੀ ਹੋਈ ਬੜੀ ਪਵਿੱਤਰ ਆਤਮਾ ਤੇ ਬਖਸ਼ੀ ਰੂਹ ਸਨ। ਬਚਨ ਵੀ ਹੈ, ਜਿਸ ਨੂੰ ਇੱਕੋ ਰੰਗ ਭਗਤ ਸੋ ਜਨ ਨੂੰ, ਅਥਵਾ ਜਿਸੈ ਪ੍ਰਾਪਤ ਸਾਧ ਸੰਗ, ਤਿਸ ਜਨ ਲਾਗਾ ਪਾਰ ਬ੍ਰਹਮ ਰੰਗ, ਤੇ ਬੰਧਨ ਤੇ ਭਏ ਮੁਕਤ, ਭਗਤ ਅਰਾਧਾ ਜੋਗ ਜੁਗਤ। ਭਾਈ ਸਾਹਿਬ ਜੀ ਦੀ ਬਾਬਾ ਜੀ ਤੇ ਬੜੀ ਸ਼ਰਧਾ ਸੀ। ਬਾਬਾ ਜੀ ਗੁਰਦੁਆਰਾ ਸਾਹਿਬ ਕਮਰਾਵਾਂ ਵਿਖੇ ਇਮਾਰਤ ਦੀ ਸੇਵਾ ਕਰਵਾਉਂਦੇ ਸਨ ਤਾਂ ਭਾਈ ਸਾਹਿਬ ਗੁਰੂ ਕੇ ਲੰਗਰ ਵਾਸਤੇ ਦੁੱਧ ਦੀ ਗਜਾ ਕਰਕੇ ਲਿਆਂਦੇ ਸਨ। ਬੜੀ ਸੇਵਾ ਭਾਵਨਾ ਵਾਲੇ ਸਨ। ਢਾਡੀ ਗੁਣ ਗਾਵੈ ਨਿਤ ਜਨਮ ਸਵਾਰਿਆ, ਗੁਰਮੁਖ ਸੇਵ ਸਲਾਹ ਸੱਚਾ ਉਰ ਧਾਰਿਆ। ਭਾਈ ਸਾਹਿਬ ਨੇ ਘਰ ਘਰ ਦੁੱਧ ਅਗਰਾਨ ਦੀ ਸੇਵਾ ਕਰਨੀ। ਜਿਹੜੇ ਵੀ ਘਰ ਦੁੱਧ ਲੈਣ ਜਾਣਾ, ਭਾਈ ਸਾਹਿਬ ਜੀ ਨੇ ਇਹੀ ਬੈਂਤ ਪੜ੍ਹਨਾ, ਕੱਲ੍ਹ ਵਾਲੀ ਗੱਲ ਮਾਈਏ ਕੱਲ੍ਹ ਵਾਲੀ ਗੱਲ, ਮੈਂ ਤੇ ਨਹੀਂ ਸੀ ਆਉਂਦਾ ਮੈਨੂੰ ਸੰਤਾ ਦਿੱਤਾ ਘੱਲ, ਚੁਲੀ ਚੁਲੂ ਦੁੱਧ ਪਾ ਦਿਓ, ਡੱਬੇ ਨੂੰ ਗਲੋਂ ਲਾ ਦਿਓ। ਭਾਈ ਸਾਹਿਬ ਨੇ ਫਿਰ ਸਾਨੂੰ ਕਲਯੁਗੀ ਮਨੁੱਖਾਂ ਜਿਹੜੇ ਕੇਸਾਂ ਦੀ ਬੇਅਦਬੀ ਕਰਾ ਕੇ ਗੁਰੂ ਨਾਲੋਂ ਟੁੱਟ ਜਾਂਦੇ ਹਨ ਨੂੰ ਸਮਝਾਉਣ ਲਈ ਇੱਕ ਇਹ ਬੈਂਤ ਵੀ ਪੜ੍ਹਨਾ, ਜਿਹੜੇ ਸਿੰਘ ਰੋਪੜ ਜਾਣ, ਅੱਧਾ ਵਿੱਚੋਂ ਸਿਰ ਮੁਨਾਨ, ਜਾਂ ਦਾੜੀ ਚਟਮ ਕਰਾਉਣ, ਬੁੱਢੇ ਵਰੇ ਵੀ ਸ਼ਰਮ ਨਾ ਖਾਣ, ਐਸੇ ਸਿੰਘ ਕਿਉਂ ਨਾ ਮਰ ਜਾਣ। ਭਾਈ ਸਾਹਿਬ ਨੇ ਹੋਕਾ ਦੇਣਾ ਕਿ ਭਾਈ ਇਹਨਾਂ ਕੇਸਾਂ ਦੀ ਬੇਅਦਬੀ ਨਾਲੋਂ ਤੇ ਮਰ ਜਾਣਾ ਕਿਤੇ ਭਲਾ ਹੈ। ਬਚਨ ਵੀ ਹੈ, ਮਨਮੁਖ ਭੂਲੇ ਕਾਹੇ ਆਏ, ਇਹ ਕੇਸਾਂ ਦੀ ਬੇਅਦਬੀ ਨਾ ਕਰੋ, ਗੁਰੂ ਵੱਲ ਪਿੱਠ ਨਾ ਕਰੋ। ਮਤ ਭੂਲੋ ਮਨੁੱਖ ਜਨ ਮਾਇਆ ਭਰਮਾਇਆ, ਨਾਨਕ ਤਿਸ ਪਤ ਰਾਖਸੀ ਜੋ ਪ੍ਰਭ ਪਹਿਰਾਇਆ। ਭਾਈ ਸਾਹਿਬ ਨੇ ਸਾਨੂੰ ਭੁੱਲਿਆਂ ਨੂੰ ਸਮਝਾਉਣਾ ਤੇ ਗੁਰਸਿੱਖੀ ਵੱਲ ਪ੍ਰੇਰਨਾ। ਇੱਕ ਦਿਨ ਭਾਈ ਸਾਹਿਬ ਬਾਬਾ ਜੀ ਦੇ ਕੋਲ ਬੈਠੇ ਹੋਏ ਸਨ। ਬਾਬਾ ਜੀ ਮੁਸਕਰਾ ਕੇ ਭਾਈ ਸਾਹਿਬ ਨੂੰ ਕਹਿੰਦੇ, ਭਾਈ ਡੱਬਿਆ ਹੁਣ ਫਿਰ ਅਗਾਂਹ ਨੂੰ ਕਦੋਂ ਜਾਣਾ? ਭਾਈ ਸਾਹਿਬ ਕਹਿੰਦੇ, ਬਾਬਾ ਜੀ ਪਿੰਡ ਦੀ ਇੱਕ ਮਾਈ ਨੇ ਮਰਨਾ ਹੈ ਤੇ ਮੈਂ ਉਸ ਮਾਈ ਦੀ ਨੇਤੀ ਖਾ ਕੇ ਜਾਣਾ ਹੈ, ਪਰ ਨੇਤੀ ਪੂਰੀ ਨਹੀਂ ਖਾਣੀ। ਇਤਨੀ ਦੂਰ ਅੰਦੇਸ਼ੀ ਵਾਲੀ ਅਵਸਥਾ ਬਣ ਗਈ ਸੀ। ਸੁਰਤੀ ਨੂੰ ਆਉਣ ਵਾਲੇ ਸਮੇਂ ਦਾ ਗਿਆਨ ਸੀ, ਸੋਝੀ ਸੀ। ਪਾਤਸ਼ਾਹ ਵੀ ਬਚਨ ਕਰਦੇ ਹਨ, ਮੂਲ ਪਛਾਣੈ ਤਾਂ ਸਹੁ ਜਾਣੈ, ਮਰਨ ਜੀਵਨ ਕੀ ਸੋਝੀ ਹੋਈ। ਕੁਝ ਸਮੇਂ ਬਾਅਦ ਪਿੰਡ ਦੀ ਉਹ ਮਾਈ ਚੜ੍ਹਾਈ ਕਰ ਗਈ ਤੇ ਉਸ ਦੀ ਨੇਤੀ ਸ਼ੁਰੂ ਹੋ ਗਈ। ਭਾਈ ਸਾਹਿਬ ਨੇ ਕੁਝ ਦਿਨ ਉਸ ਮਾਈ ਦੀ ਨੇਤੀ ਖਾਧੀ। ਬਾਬਾ ਜੀ ਦੱਸਦੇ ਸਨ ਕਿ ਜਿਸ ਦਿਨ ਭਾਈ ਡੱਬੇ ਨੇ ਸੰਸਾਰ ਤੋਂ ਜਾਣਾ ਸੀ, ਉਸ ਦਿਨ ਉਸਨੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਕੇ ਨਿਤਨੇਮ ਕੀਤਾ। ਉਪਰੰਤ ਭਾਈ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ, ਬਾਪੂ ਮੈਂ ਪ੍ਰਕਾਸ਼ ਕਰ ਚੱਲਿਆ, ਪਰ ਹੁਣ ਮੈਂ ਸ਼ਾਮ ਨੂੰ ਨਹੀਂ ਆਉਣਾ। ਬਾਪੂ ਤੂੰ ਆਪ ਹੀ ਕਿਸੇ 'ਤੇ ਕਿਰਪਾ ਕਰਕੇ ਸ਼ਾਮ ਨੂੰ ਸੁਖ ਆਸਣ ਦੀ ਸੇਵਾ ਕਰਵਾ ਲਈ, ਭਾਈ ਡੱਬਾ ਨਹੀਂ ਆਉਣਾ। ਸਫਲਿਓ ਸਤਿਗੁਰੂ ਸੇਵਿਆ ਧੰਨ ਜਨਮ ਪ੍ਰਵਾਨ, ਜਿਨ੍ਹਾਂ ਸਤਿਗੁਰੂ ਜੀਵਨ ਦਿਆ ਮੋਇਆ ਨਾ ਵਿਸਰੈ, ਸੇਈ ਪੁਰਖ ਸੁਜਾਨ, ਕੁੱਲ ਉਧਾਰੇ ਆਪਣਾ ਸੋ ਜਨ ਹੋਵੈ ਪ੍ਰਵਾਨ। ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਹ ਅਰਦਾਸ ਕਰਕੇ ਭਾਈ ਡੱਬਾ ਉਸ ਮਾਈ ਦੇ ਘਰ ਨੇਤੀ ਖਾਣ ਚਲਾ ਗਿਆ। ਨੇਤੀ ਖਾ ਕੇ ਵਾਪਸ ਆਇਆ ਤਾਂ ਚਿੱਟੀ ਚਾਦਰ ਲੈ ਕੇ ਮੰਜੇ ਉੱਤੇ ਲੇਟ ਗਿਆ। ਉੱਥੇ ਹੀ ਫਿਰ ਵਾਹਿਗੁਰੂ 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 ਕਰਦਾ ਭਾਈ ਡੱਬਾ ਸੱਚਖੰਡ ਨੂੰ ਚਲਾ ਗਿਆ। ਅਚਰਜ ਧੰਨ ਨੈਸੀਆਂ ਰੰਗੀਆਂ ਰੂਹਾਂ, ਜੁੜੀਆਂ ਰੂਹਾਂ ਕੁਰਬਾਨ। ਇਹੀ ਸ਼ਬਦ ਹਰ ਇੱਕ ਮੁਖ 'ਚੋਂ ਨਿਕਲ ਰਿਹਾ ਸੀ ਕਿ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ, ਗੁਰਮੁਖ ਭੋਜਨ ਪਾਓ ਚਾਓ ਅਲਲਿਆ, ਗੁਰਮੁਖ ਨਿਸ਼ਚਲ ਚਿੱਤ ਨ ਹੱਲੇ ਹੱਲਿਆ, ਗੁਰਮੁਖ ਸੱਚ ਅਲਾਓ ਭਲੀ ਹੂੰ ਭੱਲਿਆ, ਗੁਰਮੁਖ ਸੱਦੇ ਜਾਣ ਆਵਨ ਘੱਲਿਆ।
ਪਰਮੇਸ਼ਵਰ ਦੇ ਸੱਦੇ 'ਤੇ ਭਾਈ ਸਾਹਿਬ ਵੀ ਫਾਨੀ ਸੰਸਾਰ ਨੂੰ ਫਤਿਹ ਬੁਲਾ ਕੇ ਪਰਮੇਸ਼ਵਰ ਦੀ ਗੋਦ ਵਿੱਚ ਜਾ ਬਿਰਾਜੇ। ਬਾਬਾ ਅਮਰ ਸਿੰਘ ਨੌਸ਼ਹਿਰਾ। ਬਾਬਾ ਜੀ ਗੁਰਦੁਆਰਾ ਸੰਤਸਰ ਸਾਹਿਬ ਕਮਰਾਵਾਂ ਵਿਖੇ ਵੀ ਹਰ ਸਾਲ 4 ਚੇਤਰ ਨੂੰ ਸਾਲਾਨਾ ਦਿਹਾੜਾ ਮਨਾਉਂਦੇ ਸਨ। ਬਹੁਤ ਸੰਗਤ ਦਾ ਇਕੱਠ ਹੁੰਦਾ ਸੀ। ਰਾਗੀ ਢਾਡੀ ਜਥੇ ਹਰ ਜਸ ਰਾਹੀਂ ਸੰਗਤ ਨੂੰ ਨਿਹਾਲ ਕਰਦੇ ਸਨ ਤੇ ਗੁਰਬਾਣੀ ਸ਼ਬਦ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਸਨ। ਇਸੇ ਸਥਾਨ 'ਤੇ ਇੱਕ ਵੇਰਾ ਸਾਲਾਨਾ ਦਿਹਾੜਾ ਮਨਾਇਆ ਜਾ ਰਿਹਾ ਸੀ। ਪੰਥ ਪ੍ਰਸਿੱਧ ਪ੍ਰਚਾਰਕ ਅਤੇ ਰਾਗੀ ਜਥੇ ਸਮਾਗਮ ਵਿੱਚ ਹਾਜ਼ਰੀ ਭਰ ਰਹੇ ਸਨ। ਬਾਬਾ ਅਮਰ ਸਿੰਘ ਜੀ ਨੌਸ਼ਹਿਰੇ ਵਾਲਿਆਂ ਨੇ ਵੀ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈ। ਬਾਬਾ ਜੀ ਵੀ ਸੰਗਤ ਵਿੱਚ ਬੈਠੇ ਹੋਏ ਸਨ ਤੇ ਇੱਕ ਰਸ ਸੁਰਤ ਜੋੜ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸਨ। ਜੋ ਬਚਨ ਵੀ ਹੈ ਕਹਿਣ ਧਿਆਨ ਸੁਣਨ ਨਿਤ ਸੇ ਭਗਤ ਸੁਹਾਵੈ, ਅਥਵਾ ਸੇਵਾ ਸੁਰਤ ਸ਼ਬਦ ਵਿਚਾਰ, ਜਪ ਤਪ ਸੰਜਮ ਹਉਮੈ ਮਾਰ, ਜੀਵਨ ਮੁਕਤ ਜਾ ਸ਼ਬਦ ਸੁਨਾਏ, ਸੱਚੀ ਰਹਿਤ ਸੱਚਾ ਸੁਖ ਪਾਏ। ਬਾਬਾ ਅਮਰ ਸਿੰਘ ਜੀ ਸ਼ਬਦ ਕੀਰਤਨ ਦੀ ਹਾਜ਼ਰੀ ਭਰ ਰਹੇ ਸਨ ਤਾਂ ਕੀਰਤਨ ਕਰਦੇ ਕਰਦੇ ਅਚਾਨਕ ਰੁਕ ਗਏ। 5-6 ਮਿੰਟ ਕੁਝ ਬੋਲੇ ਹੀ ਨਹੀਂ। ਫਿਰ ਉਹਨਾਂ ਦੀਆਂ ਅੱਖਾਂ ਵਿੱਚੋਂ ਨੀਰ ਵਹਿਣ ਲੱਗ ਪਿਆ। ਕੁਝ ਸਮੇਂ ਬਾਅਦ ਫਿਰ ਗਿਆਨੀ ਜੀ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਸੰਗਤ ਨੂੰ ਬਚਨ ਕੀਤਾ ਕਿ ਸਾਧ ਸੰਗਤ ਜੀ, ਅੱਜ ਤੱਕ ਇਹ ਤਾਂ ਦੇਖਿਆ ਸੀ ਕਿ ਰਾਗੀ ਸਾਹਿਬਾਨ ਕੀਰਤਨ ਕਰਦੇ ਹੋਣ ਤੇ ਸ਼ਬਦ ਗੁਰਬਾਣੀ ਸੁਣ ਕੇ ਸੰਗਤ ਬੈਰਾਗ ਵਿੱਚ ਆ ਜਾਵੇ, ਪਰ ਬਾਬਾ ਜੀ ਕੁੱਲੀ ਵਾਲੇ ਐਸੇ ਮਹਾਂਪੁਰਖ ਹਨ ਜਿਨ੍ਹਾਂ ਦੀ ਸੁਰਤ ਇੰਨੀ ਗਹਿਰੀ ਹੈ ਕਿ ਇਹਨਾਂ ਦੀ ਸਰੋਤ ਨੇ ਮੇਰੇ 'ਤੇ ਵੀ ਅਸਰ ਕੀਤਾ ਹੈ ਤੇ ਸੁਣਾਉਣ ਵਾਲੇ ਵਿੱਚ ਵੀ ਬੈਰਾਗ ਪੈਦਾ ਕਰ ਦਿੱਤਾ ਹੈ। ਸ਼ਬਦ ਸੁਰਤ ਬੈਰਾਗ ਹੈ, ਸਖ ਸੁਖ ਸਹਿਜ ਅਰੋਗੀ। ਇਹ ਬੜੀ ਗਹਿਰੀ ਸੁਰਤ ਵਾਲੇ ਮਹਾਂਪੁਰਖ ਹਨ। ਬਹੁਤ ਕਮਾਈ ਹੈ ਬਾਬਾ ਜੀ ਦੀ, ਇਹਨਾਂ ਨੂੰ ਕੋਈ ਆਮ ਸਾਧੂ ਨਾ ਜਾਣਿਓ। ਪਾਤਸ਼ਾਹ ਵੀ ਬਚਨ ਕਰਦੇ ਹਨ ਕਿ ਚਿੱਤ ਵਿੱਚ ਪਰਮੇਸ਼ਵਰ ਹੋਵੇ, ਚੇਤੇ ਵਿੱਚ ਪਰਮੇਸ਼ਵਰ ਹੋਵੇ ਤੇ ਉਸ ਸਤਿਪੁਰਸ਼ ਦੀ ਸੁਰਤ ਬਹੁਤ ਗਹਿਰੀ ਹੋ ਜਾਂਦੀ ਹੈ, ਸੁਹਾਵਣੀ ਹੋ ਜਾਂਦੀ ਹੈ। ਸੋਭਾ ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿੱਤ ਲਾਇਆ। ਭਾਈ ਗੁਰਦਾਸ ਜੀ ਵੀ ਬਚਨ ਕਰਦੇ ਹਨ ਕਿ ਸਤਿਪੁਰਸ਼ਾਂ ਦੀ ਸ਼ਬਦ ਸੁਰਤੀ ਦੀ ਲਿਵ ਨੂੰ ਦੇਖ ਕੇ ਦਰਸ਼ਨ ਕਰਨ ਵਾਲਾ ਜੀਵ ਵੀ ਹੈਰਾਨ ਰਹਿ ਜਾਂਦਾ ਹੈ। ਐਸੀ ਚੜ੍ਹਦੀ ਕਲਾ ਵਾਲੀ ਸੁਰਤ ਸਤਿਪੁਰਸ਼ਾਂ ਦੀ ਹੁੰਦੀ ਹੈ। ਦਰਸ਼ਨ ਦ੍ਰਿਸ਼ਟ ਸੰਜੋਗ ਲਖ, ਸ਼ਬਦ ਸੁਰਤ ਲਿਵ ਲਖ ਹੈਰਾਣੇ। ਗਿਆਨ ਧਿਆਨ ਸਿਮਰਨ ਅਸੰਖ, ਭਗਤ ਜੁਗਤ ਲਖ ਨੇਤ ਵਖਾਣਾ। ਪਿਰਮ ਪਿਆਲਾ ਸਹਿਜ ਘਰ, ਗੁਰਮੁਖ ਸੁਖ ਫਲ ਚੋਜ ਵਿਡਾਣਾ। ਮਤ ਬੁੱਧ ਸੁਧ ਲਖ ਮੇਲ ਮਿਲਾਣਾ। ਗੁਰਦੁਆਰਾ ਸਾਹਿਬ ਪਿੰਡ ਸਲੇਮਪੁਰ ਦੀ ਸੇਵਾ। ਇਸੇ ਦਿਹਾੜੇ 'ਤੇ ਪਿੰਡ ਸਲੇਮਪੁਰ ਨਜ਼ਦੀਕ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਸੰਗਤ ਵੀ ਹਾਜ਼ਰੀ ਭਰਦੀ ਹੁੰਦੀ ਸੀ। ਭਾਈ ਲਾਲ ਸਿੰਘ ਹੋਰਾਂ ਦਾ ਸਾਰਾ ਪਰਿਵਾਰ ਬੜਾ ਸ਼ਰਧਾਲੂ ਸੀ। ਇੱਕ ਵਾਰ ਬਾਬਾ ਜੀ ਭਾਈ ਲਾਲ ਸਿੰਘ ਹੋਰਾਂ ਦੇ ਗ੍ਰਹਿ ਵਿਖੇ ਆਏ। ਬਾਬਾ ਜੀ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕੀਤੇ। ਗੁਰਦੁਆਰਾ ਸਾਹਿਬ ਦੀ ਇਮਾਰਤ ਇੱਕ ਪੁਰਾਤਨ ਛੋਟਾ ਜਿਹਾ ਕਮਰਾ ਸੀ। ਬਾਬਾ ਜੀ ਲਾਲ ਸਿੰਘ ਤੇ ਗੁਰਦਿਆਲ ਸਿੰਘ ਨੂੰ ਕਹਿੰਦੇ, ਪੁੱਤ, ਪਿੰਡ ਤਾਂ ਤੁਹਾਡਾ ਬਹੁਤ ਵੱਡਾ ਹੈ, ਪਰ ਗੁਰਦੁਆਰਾ ਸਾਹਿਬ ਦੀ ਇਮਾਰਤ ਛੋਟੀ ਜਿਹੀ ਬਣਾਈ। ਗੁਰੂ ਘਰ ਕਿਸ ਗੱਲ ਦਾ ਘਾਟਾ ਹੈ? ਰਲ ਮਿਲ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਾਓ। ਲਾਲ ਸਿੰਘ ਹੋਰਾਂ ਨੇ ਪਿੰਡ ਦੇ ਸੱਜਣਾਂ ਨਾਲ ਸਲਾਹ ਕਰਕੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣਾਉਣ ਦੀ ਵਿਚਾਰ ਕੀਤੀ। ਬਾਬਾ ਜੀ ਦੇ ਨਾਲ ਵੀ ਨਵੀਂ ਇਮਾਰਤ ਬਣਾਉਣ ਦਾ ਵਚਨ ਕੀਤਾ। ਬਾਬਾ ਜੀ ਨੇ ਵਚਨ ਕੀਤਾ, ਪੁੱਤ, ਉਗਰਾਹੀ ਨਹੀਂ ਕਰਨੀ। ਜਿਹਦਾ ਕਾਰਜ ਹੈ ਉਹ ਮਾਇਆ ਵੀ ਆਪੇ ਭੇਜ ਦੇਵੇਗਾ। ਘਰ ਘਰ ਮੰਗਣ ਨਹੀਂ ਤੁਰੇ ਰਹਿਣਾ। ਕੋਈ ਆਪ ਮਾਇਆ ਭੇਟਾ ਕਰ ਜਾਵੇ ਤਾਂ ਸੇਵਾ ਵਿੱਚ ਵਰਤ ਲੈਣੀ। ਵਚਨ ਵੀ ਹੈ, ਜਿਸ ਕਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਲਾਲ ਸਿੰਘ ਹੋਰਾਂ ਨੇ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਤਕਰੀਬਨ ਸੰਨ 1992 ਵਿੱਚ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਕਾਰਜ ਆਰੰਭ ਕੀਤਾ। ਕਾਰਜ ਸਗਲ ਆਰੰਭਿਓ ਘਰ ਕਾ ਠਾਕੁਰ ਕਾ ਭਰੋਸਾ। ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖਣ ਲਈ ਪਿੰਡ ਦੀ ਸੰਗਤ ਨੇ ਬਾਬਾ ਜੀ ਨੂੰ ਬੇਨਤੀ ਕੀਤੀ। ਬਾਬਾ ਜੀ ਨੀਂਹ ਪੱਥਰ ਰੱਖਣ ਲਈ ਆਏ ਤਾਂ ਨੀਂਹ ਦੇਖ ਕੇ ਕਹਿੰਦੇ, ਪੁੱਤ, ਇਹ ਨੀਂਹ ਛੋਟੀ ਹੈ, ਘੱਟ ਤੋਂ ਘੱਟ 7 ਇੱਟਾਂ ਦੀ ਚੌੜੀ ਨੀਂਹ ਰੱਖਣੀ ਹੈ। ਕੁਝ ਪ੍ਰਬੰਧਕ ਵੀਰ ਸੋਚਣ ਲੱਗੇ ਕਿ 7 ਇੱਟਾਂ ਦੀ ਨੀਂਹ ਉੱਤੇ ਤਾਂ ਖਰਚਾ ਹੀ ਬਹੁਤ ਆਵੇਗਾ, ਪਰ ਬਾਬਾ ਜੀ ਦਾ ਵਚਨ ਮੰਨ ਕੇ 7 ਇੱਟਾਂ ਦੀ ਨੀਂਹ ਰੱਖ ਦਿੱਤੀ।
ਬਾਬਾ ਜੀ ਫਿਰ ਲਾਲ ਸਿੰਘ ਦੇ ਗ੍ਰਹਿ ਵਿਖੇ ਆਏ ਤੇ ਜਲ ਪਾਣੀ ਛਕਿਆ। ਬਾਬਾ ਜੀ ਨੇ ਲਾਲ ਸਿੰਘ, ਗੁਰਦਿਆਲ ਸਿੰਘ ਹੋਰਾਂ ਸਾਰਿਆਂ ਨੂੰ ਵਚਨ ਕੀਤਾ ਕਿ ਪੁੱਤ, ਕਿਸੇ ਅੱਗੇ ਹੱਥ ਨਹੀਂ ਅੱਡਣੇ, ਕਿਸੇ ਕੋਲੋਂ ਮੰਗ ਕੇ ਪੈਸੇ ਗੁਰੂ ਘਰ ਵਿੱਚ ਨਹੀਂ ਲਾਉਣੇ। ਜਿਸ ਗੁਰੂ ਦਾ ਕਾਰਜ ਹੈ ਉਹ ਆਪ ਹੀ ਝੋਲੀਆਂ ਭਰ ਦੇਵੇਗਾ। ਸਦਾ ਧਰਮ ਜਾ ਕਹਿ ਦੀਵਾਨ, ਬੇਮੁਹਤਾਜ ਨਹੀਂ ਕਿਛ ਕਾਨ। ਸਭ ਕਿਛ ਕਰਨਾ ਆਪਨ ਆਪ, ਰੇ ਮਨ ਮੇਰੇ ਤੂੰ ਤਾਕੋ ਜਾਪ। ਦੂਸਰੇ ਪੁੱਤ, ਗੁਰੂ ਘਰ ਦੀ ਇਮਾਰਤ ਲਈ ਕਿਸੇ ਨਾਲ ਕੋਈ ਝਗੜਾ ਨਹੀਂ ਕਰਨਾ। ਅੰਤਰ ਜੋਤ ਸ਼ਬਦ ਧੁਨ ਜਾਗੈ, ਸਤਿਗੁਰ ਝਗਰ ਨਿਬੇੜੈ। ਤੀਸਰੇ ਪੁੱਤ, ਕੋਈ ਕਮੇਟੀ ਜਾਂ ਪ੍ਰਧਾਨਗੀ ਦੇ ਚੱਕਰਾਂ ਵਿੱਚ ਨਹੀਂ ਪੈਣਾ। ਸੇਵਾਦਾਰ ਬਣ ਕੇ ਸੇਵਾ ਕਰਨੀ। ਇਸ ਪ੍ਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ। ਚੌਥੇ ਪੁੱਤ, ਗੁਰਦੁਆਰਾ ਸਾਹਿਬ ਦੇ ਨਾਮ 'ਤੇ ਕੋਈ ਪੈਸਾ ਜਮ੍ਹਾਂ ਨਹੀਂ ਰੱਖਣਾ, ਸਗੋਂ ਕਰਜ਼ਾ ਚਾੜ੍ਹ ਕੇ ਰੱਖਣਾ। ਫਿਰ ਕੋਈ ਰੌਲਾ ਨਹੀਂ ਪਵੇਗਾ। ਸਾਰਾ ਝਗੜਾ ਹੀ ਮਾਇਆ ਦਾ ਹੈ, ਮਾਇਆ ਨਹੀਂ ਤੇ ਝਗੜਾ ਵੀ ਨਹੀਂ। ਜੋ ਬਚਨ ਵੀ ਹੈ ਮਾਇਆ ਕਾਰਨ ਧਾਵਹੀ, ਮੂਰਖ ਲੋਗ ਅਜਾਨ। ਕਹੋ ਨਾਨਕ ਬਿਨ ਹਰ ਭਜਨ, ਬਿਰਥਾ ਜਨਮ ਸਿਰਾਨ। ਇਹ ਵਚਨ ਕਰਕੇ ਬਾਬਾ ਜੀ ਫਿਰ ਵਾਪਸ ਚੱਲ ਪਏ। ਪਿੰਡ ਦੀ ਸੰਗਤ ਨੇ ਸਮਰੱਥਾ ਅਨੁਸਾਰ ਗੁਰੂ ਘਰ ਦੀ ਸੇਵਾ ਵਿੱਚ ਯੋਗਦਾਨ ਪਾਇਆ ਤੇ ਥੋੜ੍ਹੇ ਹੀ ਸਮੇਂ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਲੈਂਟਰ ਤੱਕ ਪਹੁੰਚ ਗਈ। ਗੁਰਦੁਆਰਾ ਸਾਹਿਬ ਦੀ ਇਮਾਰਤ ਖੁੱਲ੍ਹੀ ਬਣ ਸਕੇ, ਇਸ ਲਈ ਆਲੇ ਦੁਆਲੇ ਦੇ ਕੁਝ ਘਰਾਂ ਦੀ ਜਗ੍ਹਾ ਵੀ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ ਸੰਗਤ ਨੇ ਮੁੱਲ ਖਰੀਦੀ। ਇੱਕ ਦੋ ਘਰਾਂ ਨੇ ਪਹਿਲਾਂ ਜਗ੍ਹਾ ਦੇਣ ਤੋਂ ਮਨ੍ਹਾ ਕੀਤਾ, ਪਰ ਬਾਬਾ ਜੀ ਨੇ ਵਚਨ ਕੀਤਾ ਕਿ ਪੁੱਤ, ਤੁਸੀਂ ਸੇਵਾ ਦਾ ਕਾਰਜ ਕਰਦੇ ਜਾਓ, ਆਪੇ ਗੁਰੂ ਕਿਰਪਾ ਕਰੇਗਾ ਤੇ ਜੋ ਜਗ੍ਹਾ ਗੁਰੂ ਘਰ ਦੀ ਹੋਵੇਗੀ ਆਪੇ ਮਿਲ ਜਾਏਗੀ। ਬਾਅਦ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਤੇ ਉਹਨਾਂ ਨੇ ਵੀ ਜਗ੍ਹਾ ਦੇਣ ਲਈ ਹਾਂ ਕਰ ਦਿੱਤੀ। ਵਚਨ ਵੀ ਹੈ, ਸਭ ਕਾਰਜ ਤਿਨ ਕੇ ਸਿੱਧ ਹੈ, ਜਿਨ ਗੁਰਮੁਖ ਕਿਰਪਾ ਧਾਰ। ਇਮਾਰਤ ਲੈਂਟਰ ਤੱਕ ਪਹੁੰਚੀ ਤਾਂ ਮਾਇਆ ਘਟ ਗਈ। ਪਹਿਲਾਂ ਵੀ ਸਮਾਨ ਉਧਾਰ ਲਿਆ ਹੋਇਆ ਸੀ, ਉਹ ਵੀ ਕਰਜ਼ਾ ਸੀ। ਬਾਬਾ ਜੀ ਦਾ ਵੀ ਵਚਨ ਸੀ ਕਿ ਪੁੱਤ, ਕਰਜ਼ਾ ਚਾੜ੍ਹ ਕੇ ਰੱਖਣਾ। ਇੱਕ ਦਿਨ ਲਾਲ ਸਿੰਘ ਬਾਬਾ ਜੀ ਦੇ ਕੋਲ ਆਏ ਤੇ ਬੇਨਤੀ ਕੀਤੀ ਕਿ ਬਾਬਾ ਜੀ, ਗੁਰਦੁਆਰਾ ਸਾਹਿਬ ਦੀ ਇਮਾਰਤ ਲੈਂਟਰ ਤੱਕ ਪਹੁੰਚ ਗਈ ਹੈ, ਪਰ ਮਾਇਆ ਘੱਟ ਹੈ। ਬਾਬਾ ਜੀ ਨੇ ਵਚਨ ਕੀਤਾ ਕਿ ਪੁੱਤ, ਤੁਸੀਂ ਜਿਹਦੇ ਕੋਲੋਂ ਸਮਾਨ ਲੈਂਦੇ ਹੋ ਉਹਦੇ ਕੋਲੋਂ ਸਮਾਨ ਲੈ ਕੇ ਲੈਂਟਰ ਪਾ ਲਵੋ, ਆਪੇ ਗੁਰੂ ਨਾਨਕ ਮਾਇਆ ਭੇਜ ਦੇਵੇਗਾ। ਐਸਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਭਰੋਸਾ ਸੀ। ਵਚਨ ਵੀ ਹੈ, ਤੇਰਾ ਭਰੋਸਾ ਪਿਆਰੇ, ਆ ਨਾ ਜਾਣਾ ਵੇਸਾ। ਤਥਾ ਠਾਕੁਰ ਜੀਓ ਤੁਹਾਰੋ ਪਰਨਾ, ਮਾਨ ਮਹਤ ਤੁਮਾਰਾ ਊਪਰ, ਤੁਮਰੀ ਓਟ ਤੁਮਾਰੀ ਸਰਨਾ। ਲਾਲ ਸਿੰਘ ਹੋਰੀ ਫਿਰ ਅਰਜਨ ਸਿੰਘ ਪਧਾਸ ਦੀ ਦੁਕਾਨ ਤੋਂ ਸਮਾਨ ਲੈਣ ਗਏ। 2.5 ਲੱਖ ਰੁਪਏ ਘਟ ਰਹੇ ਸਨ। ਲਾਲ ਸਿੰਘ ਨੇ ਉੱਥੇ ਬੈਠੇ ਹੀ 1 ਲੱਖ ਰੁਪਏ ਸੇਵਾ ਵਿੱਚ ਦੇਣ ਦਾ ਮਨ ਬਣਾ ਲਿਆ। ਅਰਜਨ ਸਿੰਘ ਦੇ ਮੁੰਡਿਆਂ ਨੇ ਵੀ ਕਿਹਾ ਕਿ ਪੈਸੇ ਆਪੇ ਬਾਅਦ ਵਿੱਚ ਆਉਂਦੇ ਰਹਿਣਗੇ, ਤੁਹਾਨੂੰ ਜਿੰਨਾ ਸਮਾਨ ਚਾਹੀਦਾ ਤੁਸੀਂ ਲੈ ਜਾਵੋ। ਇਸ ਤਰ੍ਹਾਂ ਕੁਝ ਨਗਦ ਤੇ ਕੁਝ ਉਧਾਰ ਸਮਾਨ ਲੈ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਲੈਂਟਰ ਪਾਇਆ ਗਿਆ। ਜੋ ਵਚਨ ਵੀ ਹੈ, ਥਾਨ ਮਾਨ ਸੱਚ ਏਕ ਹੈ, ਕਾਜ ਨਾ ਫੀਟੈ ਕੋਏ। ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਬਾਬਾ ਜੀ ਦੇ ਆਸ਼ੀਰਵਾਦ ਤੇ ਸੰਗਤ ਦੇ ਸਹਿਯੋਗ ਨਾਲ ਸਾਰਾ ਕਰਜ਼ਾ ਵੀ ਉਤਰ ਗਿਆ। ਵਚਨ ਵੀ ਹੈ, ਮੁਕਤ ਭੁਗਤ ਜੁਗਤ ਵਸ ਜਾ ਕੈ, ਊਨਾ ਨਾਹੀ ਕਿਛ ਜਨ ਤਾਂ ਕੈ, ਕਰ ਕਿਰਪਾ ਜਿਸ ਹੋਏ ਸੋ ਪ੍ਰਸੰਨ, ਨਾਨਕ ਦਾਸ ਸੇਈ ਜਨ ਧਨ। ਗੁਰਦੁਆਰਾ ਸਾਹਿਬ ਦੇ ਨਾਲ ਇੱਕ ਹੋਰ ਘਰ ਸੀ ਜਿਸ ਨੇ ਜਗ੍ਹਾ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਉਸ ਸੱਜਣ ਨੂੰ ਬਹੁਤ ਬੇਨਤੀਆਂ ਕੀਤੀਆਂ ਪਰ ਉਹ ਨਾ ਮੰਨਿਆ। ਲਾਲ ਸਿੰਘ ਨੇ ਬਾਬਾ ਜੀ ਦੇ ਨਾਲ ਵਚਨ ਕੀਤਾ ਕਿ ਬਾਬਾ ਜੀ, ਇੱਕ ਸੱਜਣ ਜਗ੍ਹਾ ਦੇਣ ਤੋਂ ਮਨ੍ਹਾ ਕਰ ਰਿਹਾ। ਬਾਬਾ ਜੀ ਕਹਿੰਦੇ, ਪੁੱਤ, ਉੱਥੇ ਜੋ ਬਣਾਉਣਾ ਤੁਸੀਂ ਉਹ ਨਸ਼ਕੇ ਵਿੱਚ ਲਿਖ ਲਿਓ, ਸਮਝ ਲਿਓ ਕਿ ਉਹ ਜਗ੍ਹਾ ਤੁਹਾਡੇ ਕੋਲ ਆ ਗਈ ਹੈ। ਸਤਿਗੁਰੂ ਪਾਤਸ਼ਾਹ ਜੀ ਆਪੇ ਕਿਰਪਾ ਕਰਨਗੇ। ਲਾਲ ਸਿੰਘ ਜੀ ਦੱਸਦੇ ਸਨ ਕਿ ਉੱਥੇ ਅਸੀਂ ਲੰਗਰ ਹਾਲ ਬਣਾਉਣਾ ਸੀ, ਪਰ ਉਹ ਜਗ੍ਹਾ ਉਸ ਸਮੇਂ ਸਾਨੂੰ ਨਹੀਂ ਮਿਲੀ। ਸਤਿਪੁਰਸ਼ਾਂ ਦਾ ਵਚਨ ਵੀ ਅਟੱਲ ਹੁੰਦਾ ਹੈ, ਉਹ ਪੂਰਾ ਜ਼ਰੂਰ ਹੁੰਦਾ, ਭਾਵੇਂ ਸਮਾਂ ਪਾ ਕੇ ਪੂਰਾ ਹੋਵੇ। ਸਤ ਵਚਨ ਸਾਧੂ ਸਭ ਕਹਿਤ। ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਤੇ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ। ਅਨੁਸਾਰ ਬਾਬਾ ਜੀ ਦੇ ਆਸ਼ੀਰਵਾਦ ਸਦਕਾ 17-18 ਸਾਲ ਬਾਅਦ ਉਹ ਜਗ੍ਹਾ ਗੁਰਦੁਆਰਾ ਸਾਹਿਬ ਨੂੰ ਮਿਲੀ।
ਤੇ ਉੱਥੇ ਹੁਣ ਲੰਗਰ ਹਾਲ ਹੀ ਬਣਾਇਆ ਗਿਆ ਹੈ। ਪਿੰਡ ਸਲੇਮਪੁਰ ਵਿਖੇ ਸਤਿਗੁਰੂ ਪਾਤਸ਼ਾਹ ਜੀ ਦੀ ਬੜੀ ਕਿਰਪਾ ਵਰਤੀ ਤੇ ਬਾਬਾ ਜੀ ਨੇ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਸੰਪੂਰਨਤਾ ਕਰਵਾਈ। ਗਿਆਨੀ ਅਮਰੀਕ ਸਿੰਘ ਲਤੀਫਪੁਰ। ਭਾਈ ਲਾਲ ਸਿੰਘ ਹੋਰਾਂ ਦੀ ਬਾਬਾ ਜੀ ਤੇ ਬੜੀ ਸ਼ਰਧਾ ਬਣ ਗਈ ਸੀ। ਉਹ ਆਪਣੇ ਸੰਗੀ ਸਾਥੀ ਅਤੇ ਰਿਸ਼ਤੇਦਾਰਾਂ ਨੂੰ ਵੀ ਪ੍ਰੇਰ ਕੇ ਬਾਬਾ ਜੀ ਦੇ ਦਰਸ਼ਨ ਕਰਵਾਉਂਦੇ ਸਨ। ਐਸੇ ਹੀ ਇੱਕ ਰਿਸ਼ਤੇਦਾਰ ਸਨ ਗਿਆਨੀ ਅਮਰੀਕ ਸਿੰਘ ਲਤੀਫਪੁਰ। ਗਿਆਨੀ ਜੀ ਸਿੱਖ ਧਰਮ ਦੇ ਬੜੇ ਉੱਘੇ ਪ੍ਰਚਾਰਕ ਹਨ। ਗਿਆਨੀ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਸ਼ੇ ਵਿੱਚ PhD ਕੀਤੀ ਹੋਈ ਹੈ। ਗਿਆਨੀ ਜੀ ਦੇ ਮਾਸੜ ਜੀ ਭਾਈ ਲਾਲ ਸਿੰਘ ਗਿਆਨੀ ਜੀ ਨੂੰ ਬਾਬਾ ਜੀ ਦੇ ਦਰਸ਼ਨ ਕਰਨ ਲਈ ਪ੍ਰੇਰਦੇ ਹੁੰਦੇ ਸਨ, ਪਰ ਗਿਆਨੀ ਜੀ ਸੰਤ ਮਹਾਂਪੁਰਖਾਂ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਰੱਖਦੇ ਸਨ। ਲਾਲ ਸਿੰਘ ਗਿਆਨੀ ਜੀ ਨੂੰ ਕਹਿੰਦੇ ਕਿ ਬੇਟਾ, ਬਾਬਾ ਜੀ ਕੁੱਲੀ ਵਾਲੇ ਕੋਈ ਆਮ ਲਿਬਾਸ ਦੇ ਸਾਧੂ ਨਹੀਂ ਹਨ, ਉਹ ਬਹੁਤ ਕਮਾਈ ਵਾਲੇ ਮਹਾਂਪੁਰਖ ਹਨ। ਤੂੰ ਵੀ ਇੱਕ ਵੇਰਾ ਉਹਨਾਂ ਦੇ ਦਰਸ਼ਨ ਜ਼ਰੂਰ ਕਰ। ਗਿਆਨੀ ਜੀ ਨੇ ਵੀ ਫਿਰ ਬਾਬਾ ਜੀ ਦੇ ਦਰਸ਼ਨ ਕਰਨ ਲਈ ਮਨ ਬਣਾ ਲਿਆ, ਪਰ ਉਹਨਾਂ ਨੇ ਮਨ ਵਿੱਚ ਇੱਕ ਸ਼ਬਦ ਧਾਰ ਲਿਆ ਕਿ ਜੇ ਬਾਬਾ ਜੀ ਮੇਰੇ ਮਨ ਦੀ ਬੁੱਝ ਕੇ ਇਸ ਸ਼ਬਦ ਦੀ ਵਿਚਾਰ ਸਰਵਣ ਕਰਾਉਣਗੇ, ਮੈਂ ਤਾਂ ਹੀ ਇਹਨਾਂ ਨੂੰ ਪੂਰਨ ਸੋਈ ਸੰਤ ਮੰਨਾਂਗਾ। ਇਹ ਫੁਰਨਾ ਬਣਾ ਕੇ ਗਿਆਨੀ ਜੀ ਭਾਈ ਲਾਲ ਸਿੰਘ ਹੋਰਾਂ ਦੇ ਨਾਲ ਸੰਗਤਸਰ ਸਾਹਿਬ ਕੁਟੀਆ ਵਿਖੇ ਆਏ। ਫਤਿਹ ਦੀ ਸਾਂਝ ਕਰਕੇ ਬਾਬਾ ਜੀ ਦੇ ਕੋਲ ਬੈਠ ਗਏ। ਬਾਬਾ ਜੀ ਨੇ ਉਸੇ ਸ਼ਬਦ ਦੀ ਵਿਚਾਰ ਆਰੰਭ ਕਰ ਦਿੱਤੀ ਜੋ ਸ਼ਬਦ ਗਿਆਨੀ ਜੀ ਨੇ ਮਨ ਵਿੱਚ ਧਾਰਿਆ ਸੀ। ਅੰਤਰਜਾਮੀ ਜਾਣੈ ਬਿਨ ਬੋਲਤ ਆਪ ਪਛਾਣੈ। ਇਹ ਦੇਖ ਕੇ ਗਿਆਨੀ ਜੀ ਬੜੇ ਹੈਰਾਨ ਹੋਏ ਤੇ ਉਹਨਾਂ ਦੇ ਮਨ ਨੂੰ ਵੀ ਹਲਾਉਣਾ ਵੱਜਾ ਕਿ ਗੁਰਬਾਣੀ ਵਿੱਚ ਜੋ ਵਾਰ-ਵਾਰ ਸਾਧੂ ਦੀ ਉਪਮਾ ਆਈ ਹੈ, ਸੰਤ ਕੀ ਮਹਿਮਾ ਆਈ ਹੈ, ਉਹ ਪੂਰਨ ਸੋਈ ਸੰਤ ਬਾਬਾ ਜੀ ਵਰਗੇ ਮਹਾਂਪੁਰਖ ਹੀ ਹਨ। ਗਿਆਨੀ ਜੀ ਦਾ ਵੀ ਫਿਰ ਬਾਬਾ ਜੀ 'ਤੇ ਨਿਸ਼ਚਾ ਵੱਜ ਗਿਆ ਤੇ ਉਹ ਵੀ ਬਾਬਾ ਜੀ ਦੇ ਦਰਸ਼ਨ ਕਰਨ ਲਈ ਆਉਣ ਲੱਗ ਪਏ। ਗਿਆਨੀ ਜੀ ਬਾਬਾ ਜੀ ਦੇ ਦਰਸ਼ਨ ਕਰਨ ਲਈ ਆਉਂਦੇ ਤਾਂ ਬਾਬਾ ਜੀ ਦੇ ਕੋਲੋਂ ਗੁਰਬਾਣੀ ਦੇ ਹੀ ਬਚਨ ਸਰਵਣ ਕਰਦੇ। ਇੱਕ ਵੇਰਾ ਸੰਗਤਸਰ ਸਾਹਿਬ ਕੁਟੀਆ ਵਿਖੇ ਆਏ। ਫਤਿਹ ਦੀ ਸਾਂਝ ਕਰਕੇ ਗਿਆਨੀ ਜੀ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਕੋਈ ਬਚਨ ਦੀ ਕਿਰਪਾ ਕਰੋ। ਬਾਬਾ ਜੀ ਨੇ ਗਿਆਨੀ ਜੀ ਨੂੰ ਸ਼ਬਦ ਸਰਵਣ ਕਰਾਇਆ। ਮਨ ਹਾਲੀ ਕਿਰਸਾਨੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਓ ਕਰਮ ਕਰ ਜੰਮਸੀ, ਸੇ ਘਰ ਭਾਕਟ ਦੇਖ। ਪੁੱਤ, ਇਹ ਤਨ ਰੂਪੀ ਖੇਤ ਹੈ, ਹਾਲੀ ਮਨ ਹੈ, ਮਨ ਦੀ ਸਾਰੀ ਖੇਡ ਹੈ। ਇਹਨੂੰ ਹਾਲੀ ਵਾਂਗ ਮਿਹਨਤ ਕਰਨ ਲਈ ਲਾਈ ਰੱਖੋ। ਖੇਤ ਭਾਵੇਂ ਕਿੰਨਾ ਵੀ ਸੋਹਣਾ ਵਾਹਿਆ ਹੋਵੇ, ਚੰਗਾ ਸੁਹਾਗਾ ਫੇਰਿਆ ਹੋਵੇ, ਪਾਣੀ ਵੀ ਪੂਰਾ ਲਾਇਆ ਹੋਵੇ, ਪਰ ਜੇ ਵਿੱਚ ਬੀਜ ਨਾ ਪਾਇਆ ਤਾਂ ਕੀ ਕੁਝ ਉੱਗੇਗਾ? ਕੱਖ ਵੀ ਨਹੀਂ ਉੱਗਣਾ। ਹਾਲੀ ਬੀਜ ਦਾ ਛੱਟਾ ਦੇਵੇ। ਕਿਹੜਾ ਬੀਜ? ਨਾਮ ਰੂਪੀ ਬੀਜ। ਭਾਈ, ਇਸ ਖੇਤ ਵਿੱਚ ਨਾਮ ਰੂਪੀ ਬੀਜ ਬੋਵੋ, ਸੰਤੋਖ ਰੂਪੀ ਸੁਹਾਗਾ ਫੇਰੋ ਤੇ ਸਦਾ ਗਰੀਬੀ ਵੇਸ ਵਿੱਚ ਰਹੋ। ਗਰੀਬੀ ਵੇਸ ਇਹ ਨਹੀਂ ਕਿ ਸਾਦੇ ਪਾਟੇ ਕੱਪੜੇ ਪਾ ਛੱਡਣੇ। ਗਰੀਬੀ ਵੇਸ਼ ਹੈ ਕਿ ਨਿਮਾਣੇ ਹੋ ਜਾਵੋ, ਝੁਕ ਕੇ ਰੋ, ਇਹ ਕਮਾਈ ਕਰੋ। ਇਹ ਸ਼ਬਦ ਸਰਵਣ ਕਰਾ ਕੇ ਫਿਰ ਬਾਬਾ ਜੀ ਨੇ ਦੂਜਾ ਸ਼ਬਦ ਪੜ੍ਹਿਆ। ਪਹਿਲਾ ਪਹਿਰਾ ਰਹਿਣ ਕੈ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਵਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਵਚਨ ਕੀਤਾ ਕਿ ਪੁੱਤ, ਸਾਡਾ ਅਸਲ ਜਨਮ ਉਦੋਂ ਹੀ ਹੈ ਜਦੋਂ ਅਸੀਂ ਮਾਤਾ ਦੇ ਗਰਭ 'ਚ ਪ੍ਰਵੇਸ਼ ਕਰਦੇ ਹਾਂ। ਅਸੀਂ ਅੱਜ ਕੱਲ੍ਹ ਜਨਮ ਦਿਨ ਮਨਾਈ ਜਾਂਦੇ ਹਾਂ, ਪਰ ਅਸਲ ਜਨਮ ਦਾ ਤਾਂ ਸਾਨੂੰ ਪਤਾ ਹੀ ਕੋਈ ਨਹੀਂ। ਅਸਲ ਜਨਮ ਦਾ ਜਾਂ ਤਾਂ ਕੁਝ ਸੂਝਵਾਨ ਮਾਵਾਂ ਨੂੰ ਪਤਾ ਲੱਗ ਜਾਂਦਾ ਜਾਂ ਫਿਰ ਉਹ ਪਰਮਾਤਮਾ ਆਪ ਹੀ ਜਾਣਦਾ। ਸਾਡਾ ਅਸਲ ਜਨਮ ਉਦੋਂ ਹੀ ਹੈ ਜਦੋਂ ਅਸੀਂ ਮਾਂ ਦੇ ਗਰਭ ਵਿੱਚ ਪ੍ਰਵੇਸ਼ ਕਰਦੇ ਹਾਂ। ਉਹੀ ਸਾਡੀ ਜਨਮ ਤਰੀਕ ਹੈ। ਜਦੋਂ ਇਸ ਸੰਸਾਰ 'ਤੇ ਜਨਮ ਲੈ ਕੇ ਆਏ, ਉਹ ਤਾਂ ਪ੍ਰਕਾਸ਼ ਦਿਨ ਹੈ, ਜਨਮ ਦਿਨ ਨਹੀਂ। ਜਨਮ ਦਿਨ ਦਾ ਤਾਂ ਕਿਸੇ ਨੂੰ ਕੋਈ ਪਤਾ ਹੀ ਨਹੀਂ। ਸੰਗਤਸਰ ਸਾਹਿਬ ਕੁਟੀਆ ਵਿਖੇ ਇੱਕ ਵੇਰਾ ਗਿਆਨੀ ਜੀ ਨੇ ਬਾਬਾ ਜੀ ਨੂੰ ਬਚਨ ਕੀਤਾ ਕਿ ਬਾਬਾ ਜੀ, ਲੋਕ ਦੰਭੀਆਂ ਪਖੰਡੀਆਂ ਨਾਲ ਇੰਨਾ ਕਿਉਂ ਜੁੜਦੇ ਜਾਂਦੇ ਹਨ? ਬਾਬਾ ਜੀ ਕਹਿੰਦੇ ਕਿ ਪੁੱਤ, ਬੇੜੀ ਡੁੱਬਦੀ ਵੀ ਉਹੋ ਹੀ ਹੈ ਜਿਹਦੇ ਵਿੱਚ ਭੀੜ ਜ਼ਿਆਦਾ ਚੜ੍ਹ ਜਾਏ। ਫਿਰ ਵਚਨ ਕੀਤਾ ਕਿ ਲੋਕ ਹੱਥੀਂ ਕੁਝ ਕਰਨਾ ਨਹੀਂ ਚਾਹੁੰਦੇ, ਨਾਮ ਸਿਮਰਨ ਕਰਨਾ ਔਖਾ ਲੱਗਦਾ। ਇਹ ਥਾਂ ਥਾਂ ਮੱਥੇ ਟੇਕਦੇ ਫਿਰਦੇ ਕਿ
ਕਿਤੋਂ ਕੁਝ ਕੀਤਾ ਕਰਾਇਆ ਹੀ ਮਿਲ ਜਾਏ। ਦੱਬੀਆਂ ਪਖੰਡੀਆਂ ਨੂੰ ਵੀ ਮੱਥੇ ਟੇਕੀ ਜਾਂਦੇ ਹਨ, ਪਰ ਜਿਨ੍ਹਾਂ ਦੀ ਆਪਣੀ ਕੋਈ ਕਮਾਈ ਨਹੀਂ, ਉਹ ਇਹਨਾਂ ਨੂੰ ਕੀ ਦੇਣ। ਉਹ ਆਪ ਵੀ ਡੁੱਬਦੇ ਹਨ ਅਤੇ ਇਹਨਾਂ ਨੂੰ ਵੀ ਲੈ ਡੁੱਬਦੇ ਹਨ। ਕਬੀਰ ਸਾਹਿਬ ਜੀ ਵੀ ਬਚਨ ਕਰਦੇ ਹਨ, ਕਬੀਰ ਮਾਏ ਮੁੰਡੋ ਤਿਹ ਗੁਰ ਕੀ, ਜਾਂ ਤੇ ਭਰਮ ਨਾ ਜਾਏ। ਆਪ ਡੁੱਬੇ ਚਹੁੰ ਵੇਦ ਮੈਂ, ਚੇਲੇ ਦੀਏ ਬਹਾਏ। ਪੁੱਤ ਕੀਤਾ ਕਰਾਇਆ ਕਿਤੋਂ ਵੀ ਕੁਝ ਨਹੀਂ ਮਿਲਣਾ, ਇਹ ਕਮਾਈ ਆਪ ਹੀ ਕਰਨੀ ਪੈਣੀ ਹੈ। ਕੋਈ ਪੂਰਨ ਸਾਧੂ ਹੋਵੇ, ਉਹ ਰਸਤੇ ਦੀ ਮਾਰ ਤੋਂ ਬਚਾ ਲੈਂਦਾ। ਉਹ ਮਾੜੀ ਜਗ੍ਹਾ ਵੀ ਨਹੀਂ ਜਾਣ ਦਿੰਦਾ, ਪਰ ਆਪਣੀ ਕਮਾਈ ਮਨੁੱਖ ਨੂੰ ਆਪ ਹੀ ਕਰਨੀ ਪੈਣੀ ਹੈ। ਉੱਥੇ ਕਿਸੇ ਨੇ ਸਹਾਈ ਨਹੀਂ ਹੋਣਾ, ਉੱਥੇ ਤੇ ਜਪਿਆ ਨਾਮ ਹੀ ਸਹਾਈ ਹੋਣਾ। ਪਾਤਸ਼ਾਹ ਵੀ ਬਚਨ ਕਰਦੇ ਹਨ, ਜੈ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਉਹਾਂ ਨਾਮ ਤੇਰਾ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚਲੈ। ਜੈ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਏ ਉਧਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪ੍ਰਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵਹੁ ਸੂਖ ਕਨੇਰੇ। ਇਹ ਵਿਚਾਰਾਂ ਕਰਕੇ ਲੰਗਰੀ ਸੱਜਣ ਪ੍ਰਸ਼ਾਦਾ ਲੈ ਕੇ ਆਏ। ਇੱਕ ਕਟੋਰੀ ਵਿੱਚ ਦਾਲ ਸੀ, ਇੱਕ ਵਿੱਚ ਸਬਜ਼ੀ ਸੀ, ਇੱਕ ਵਿੱਚ ਸਾਗ ਸੀ। ਬਾਬਾ ਜੀ ਨੇ ਇੱਕ ਖਾਲੀ ਕਟੋਰੀ ਲਈ ਅਤੇ ਸਾਰੀਆਂ ਸਬਜ਼ੀਆਂ ਇੱਕ ਇੱਕ ਚਮਚ ਪਾ ਕੇ ਰਲਾ ਲਈਆਂ। ਗਿਆਨੀ ਜੀ ਬਾਬਾ ਜੀ ਨੂੰ ਕਹਿੰਦੇ ਕਿ ਬਾਬਾ ਜੀ, ਇਸ ਤਰ੍ਹਾਂ ਕੀ ਸਵਾਦ ਆਵੇਗਾ, ਤੁਸੀਂ ਤਾਂ ਸਾਰਾ ਕੁਝ ਇਕੱਠਾ ਹੀ ਰਲਾ ਲਿਆ। ਜੀਵਾ ਦੇ ਰਸ ਤੋਂ, ਸਰੀਰ ਦੇ ਰਸ ਤੋਂ ਸਤਿਪੁਰਸ਼ ਤ੍ਰਿਪਤ ਹੁੰਦੇ ਹਨ। ਜਿਉਂ ਸਮੁੰਦਰ ਦੀ ਧਰਤੀ, ਸਮੁੰਦਰ ਵਿੱਚ ਬੇਅੰਤ ਜਲ ਹੋਣ 'ਤੇ ਵੀ ਜਲ ਨੂੰ ਸੋਖਦੀ ਨਹੀਂ, ਸਮੁੰਦਰ ਦੀ ਧਰਤੀ ਤ੍ਰਿਪਤ ਹੋ ਗਈ ਹੁੰਦੀ ਹੈ। ਜੀਵਾ ਦੇ ਰਸ, ਸਰੀਰ ਦੇ ਰਸ ਸਾਨੂੰ ਸੰਸਾਰੀ ਜੀਵਾਂ ਨੂੰ ਹੁੰਦੇ ਹਨ। ਸਾਨੂੰ ਜਿਤਨਾ ਵੀ ਮਿਲੇ ਉਹ ਥੋੜ੍ਹਾ ਹੀ ਹੁੰਦਾ ਹੈ। ਜਿਉਂ ਮਾਰੂਥਲ ਦੀ ਧਰਤੀ ਕਦੇ ਜਲ ਨਾਲ ਤ੍ਰਿਪਤ ਨਹੀਂ ਹੁੰਦੀ, ਉਹ ਸਾਰਾ ਜਲ ਸੋਖ ਲੈਂਦੀ ਹੈ। ਬਚਨ ਪੀਐ ਮਾਰੂ ਮੀਂਹ, ਨਾ ਤ੍ਰਿਪਤਿਆ ਅੱਗੀ ਲਹੈ ਨਾ ਭੁੱਖ। ਰਾਜਾ ਰਾਜ ਨਾ ਤ੍ਰਿਪਤਿਆ, ਸਾਇਰ ਭਰੇ ਕਿ ਸੁੱਖ। ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾਂ ਪੁੱਛ। ਸਮੁੰਦਰ ਦੀ ਧਰਤੀ ਨਿਆਈ। ਬਾਬਾ ਜੀ ਵੀ ਸਰੀਰ ਦੇ ਰਸਾਂ ਵੱਲੋਂ ਤ੍ਰਿਪਤ ਸਨ, ਪਰ ਬਾਬਾ ਜੀ ਗਿਆਨੀ ਜੀ ਦਾ ਬਚਨ ਟਾਲ ਗਏ ਅਤੇ ਮੁਸਕਰਾ ਕੇ ਕਹਿੰਦੇ ਕਿ ਪੁੱਤ, ਮੈਂ ਸੋਚਿਆ ਕਿ ਕੋਲੀਆਂ ਨੇ ਆਪਸ ਵਿੱਚ ਲੜ ਪੈਣਾ ਹੈ ਕਿ ਪਹਿਲੇ ਮੇਰੇ 'ਚੋਂ ਨਹੀਂ ਖਾਧਾ, ਪਹਿਲੇ ਮੇਰੇ 'ਚੋਂ ਨਹੀਂ ਖਾਧਾ। ਅਸੀਂ ਇਕੱਠੇ ਰਲਾ ਕੇ ਝਗੜਾ ਹੀ ਨਿਬੇੜ ਦਿੱਤਾ। ਹੁਣ ਕੋਈ ਝਗੜਾ ਹੀ ਨਹੀਂ। ਸੰਤ ਕੌਣ ਹੈ? ਇੱਕ ਵੇਰਾ ਗਿਆਨੀ ਅਮਰੀਕ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਨਤਮਸਤਕ ਹੋ ਕੇ ਕੁਟੀਆ ਵਿਖੇ ਬਾਬਾ ਜੀ ਦੇ ਕੋਲ ਆਏ। ਫਤਿਹ ਦੀ ਸਾਂਝ ਕਰਕੇ ਗਿਆਨੀ ਜੀ ਨੇ ਸੁਭਾਵਕ ਹੀ ਬਾਬਾ ਜੀ ਨੂੰ ਪੁੱਛਿਆ ਕਿ ਬਾਬਾ ਜੀ, ਸੰਤ ਕੌਣ ਹੈ? ਬਾਬਾ ਜੀ ਗਿਆਨੀ ਜੀ ਨੂੰ ਕਹਿੰਦੇ ਕਿ ਤੈਨੂੰ ਕੀ ਸ਼ੰਕਾ ਪੈ ਗਿਆ ਹੈ? ਫਿਰ ਵਚਨ ਕੀਤਾ ਕਿ ਤੂੰ ਅੰਦਰ ਗਿਆ ਸੀ ਅਤੇ ਮੱਥਾ ਵੀ ਟੇਕ ਆਇਆ। ਜਿਹਨੂੰ ਮੱਥਾ ਟੇਕ ਕੇ ਆਇਆ ਉਹੀ ਸੰਤ ਹੈ। ਬਚਨ ਪੀਐ ਹਮਰੋ ਭਰਤਾ, ਬਡੋ ਵਿਵੇਕੀ ਆਪੇ ਸੰਤ ਕਹਾਵੈ। ਉਹ ਹਮਾਰਾ ਮਾਥੈ ਕਾਇਮ, ਔਰ ਹਮਰਾ ਨਿਕਟ ਨ ਆਵੈ। ਤਥਾ ਓੰਗ ਸਾਧ ਸਤਿਗੁਰ ਨਮਸਕਾਰੰ, ਆਦ ਮਦ ਅੰਤ ਨਿਰੰਕਾਰੰ। ਆਪਹਿ ਸੁਨ ਆਪਹਿ ਸੁਖ ਆਸਨ, ਆਪਹਿ ਸੁਨਤ ਆਪ ਹੀ ਜਾਸਨ। ਆਪਨ ਆਪ ਆਪਹਿ ਉਪਾਇਓ, ਆਪਹਿ ਬਾਪ ਆਪ ਹੀ ਮਾਇਓ। ਆਪਹਿ ਸੂਖਮ ਆਪਹਿ ਅਸਤੂਲਾ, ਲਖੀ ਨਾ ਜਾਈ ਨਾਨਕ ਲੀਲਾ। ਜਾ ਪਾਤਸ਼ਾਹ ਦੇ ਉੱਤੋਂ ਭਾਵੇਂ ਉਹਨਾਂ ਦਾ ਕੰਬਲ ਲਾ ਲਿਆ, ਤੈਨੂੰ ਕੁਝ ਨਹੀਂ ਕਹਿਣਗੇ ਕਿ ਇਹ ਕੰਬਲ ਕਿਉਂ ਚੁੱਕ ਰਿਹਾ। ਆ ਮੇਰੇ ਮੋਢੇ 'ਤੇ ਪਈ ਲੋਈ ਨੂੰ ਹੱਥ ਲਾ ਕੇ ਤਾਂ ਦੱਸ ਗਾ, ਆਹ ਖੁੰਡਾ ਫੜਿਆ ਮੈਂ ਫਿਰ। ਜਾ ਗੁਰੂ ਸਾਹਿਬ ਜੀ ਅੱਗੋਂ ਭਾਵੇਂ ਪੈਸੇ ਚੁੱਕ ਲਿਆ, ਗੁਰੂ ਸਾਹਿਬ ਜੀ ਤੈਨੂੰ ਕੁਝ ਨਹੀਂ ਕਹਿਣਗੇ। ਮੇਰੀ ਟੋਕਰੀ ਨੂੰ ਹੱਥ ਲਾ ਕੇ ਤਾਂ ਦੱਸ, ਮੈਂ ਤੈਨੂੰ ਟੋਕਰੀ ਚੁੱਕਣ ਦੇਣਾ। ਪਾਤਸ਼ਾਹੀ ਸੰਤ ਨੇ ਜਿਨ੍ਹਾਂ ਨੂੰ ਨਾ ਆਏ ਦਾ ਕੋਈ ਹਰਖ ਹੈ ਅਤੇ ਨਾ ਗਏ ਦਾ ਸੋਗ। ਗੁਰਬਾਣੀ ਅੰਦਰ ਵੀ ਐਸਾ ਇਸ਼ਾਰਾ ਹੈ ਕਿ ਹਰਖ ਸੋਗ ਲੋਭ ਮੋਹ ਰਹਿਤ ਹੈ, ਨਿਰਮਲ ਹਰ ਕੇ ਸੰਤਾ। ਇਹ ਬਚਨ ਸੁਣ ਕੇ ਗਿਆਨੀ ਜੀ ਬਾਬਾ ਜੀ ਵੱਲੋਂ ਦਿੱਤੀ ਸੰਤ ਦੀ ਪਰਿਭਾਸ਼ਾ ਤੋਂ ਬੜਾ ਪ੍ਰਭਾਵਿਤ ਹੋਏ। ਗੁਰੂ ਸਾਹਿਬ ਜੀ ਵੀ ਸਾਧੂ ਦੀ ਪਰਿਭਾਸ਼ਾ ਗੁਰਬਾਣੀ ਅੰਦਰ ਬਖਸ਼ਿਸ਼ ਕਰਦੇ ਹਨ ਕਿ ਜਿਵੇਂ ਕਮਲ ਦਾ ਫੁੱਲ ਜਲ ਵਿੱਚ ਰਹਿ ਕੇ ਵੀ ਜਲ ਤੋਂ ਨਿਰਲੇਪ ਰਹਿੰਦਾ ਹੈ, ਇਵੇਂ ਹੀ ਪੂਰਨ ਪੁਰਖ ਸਾਧੂ ਜਨ ਮਾਇਆ ਤੋਂ ਨਿਰਲੇਪ ਰਹਿੰਦੇ ਹਨ। 6 ਗੁਣ ਗੁਰੂ ਸਾਹਿਬ ਜੀ ਸਾਧੂ ਦੇ ਦੱਸਦੇ ਹਨ।
ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਨ ਹੈ। ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਨ ਹੈ। ਦਿਆਲੰ ਸਰਵਤਰ ਜੀਆਂ ਪੰਜ ਦੁਖ ਵਿਵਰਚਿਤੈ। ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤੈ। ਉਪਦੇਸੰ ਸਾ ਮਿੱਤਰ ਸਤਰੈ ਭਗਵੰਤ ਭਗਤ ਭਾਵਨੀ। ਪਰ ਨਿੰਦਾ ਨਹਿ ਸਰੋਤ ਸਰਵਨੰ ਆਪ ਤਿਆਗ ਸਗਲ ਰੇਣੁਕ ਹੈ। ਖਟ ਲਖਿਅਨ ਪੂਰਨੰ ਪੁਰਖੈ ਨਾਨਕ ਨਾਮ ਸਾਧ ਸਵਜਨੈ। ਗੁਰੂ ਸਾਹਿਬ ਜੀ ਰਾਗ ਗੌੜੀ ਵਿੱਚ ਵੀ ਪੂਰਨ ਸਾਧੂ ਮਹਾਂਪੁਰਖਾਂ ਬਾਰੇ ਇਉਂ ਬਚਨ ਕਰਦੇ ਹਨ ਕਿ ਧੱਦਾ ਧੂਰ ਪੁਨੀਤ ਤੇਰੇ ਜਨੂਆ। ਧਨ ਤੇ ਜੇ ਰੁਚ ਇਉਂ ਇਹ ਮਨੂਆ। ਧਨਨੀ ਬਾਛੈ ਸੁਰਗ ਨ ਆਛੈ ਅਤ ਪ੍ਰੈ ਪ੍ਰੀਤ ਸਾਧ ਰਜ ਰਾਚੈ। ਧੰਦੇ ਕਹਾ ਵਿਆਪਤ ਤਾਹੂ ਜੋ ਏਕ ਛਾੜ। ਅਨ ਕਤੈ ਨ ਜਾਹੂ ਜਾ ਕੈ ਹੀਐ ਦਿਓ ਪ੍ਰਭ ਨਾਮ। ਨਾਨਕ ਸਾਧ ਪੂਰਨ ਭਗਵਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।